ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ 19 ਜੈਨ ਦਾ ਇੱਕ ਟੌਪਿਕ ਹੈ, ਆਰਟੀਕਲ ਹੈ ਦੀ ਹਿੰਦੀ ਨਿਊਜ਼ਪੇਪਰ ਦਾ, ਇਨਫਲੇਸ਼ਨ ਕੌਂਡਰਮ। ਦੋ ਵਰਡ ਨੇ। ਸਭ ਤੋਂ ਪਹਿਲਾਂ ਇਨਫਲੇਸ਼ਨ ਦੀ ਆਪਾਂ ਗੱਲ ਕਰੀਏ ਤਾਂ ਇਨਫਲੇਸ਼ਨ ਦਾ ਮੀਨਿੰਗ ਹੈ ਕਿ ਮਹਿੰਗਾਈ ਦੀ ਦਰ, ਜੋ ਐਸੈਂਸ਼ੀਅਲ ਕਮੋਡਿਟੀਜ਼ ਜਾਂ ਆਪਾਂ ਐਸੈਂਸ਼ੀਅਲ ਸਰਵਿਸਿਜ਼ ਜੋ ਪਰਚੇਜ਼ ਕਰ ਰਹੇ ਹਾਂ ਡੇ ਬਾਏ ਡੇ ਡੇਲੀ ਲਿਵਿੰਗ ਦੇ ਲਈ, ਉਹਨਾਂ ਦੀ ਜਿਹੜੀ ਦਰ ਹੈ, ਮਹਿੰਗਾਈ ਦੀ ਦਰ ਹੈ, ਉਹ ਦਿਨ ਬ ਦਿਨ ਵੱਧਦੀ ਜਾ ਰਹੀ ਹੈ, ਡੇ ਬਾਏ ਡੇ ਇਨਕਰੀਜ਼ ਹੋ ਰਹੀ ਹੈ। ਸੈਕਿੰਡ ਵਰਡ ਹੈ ਕੌਂਡਰਮ। ਕੌਂਡਰਮ ਮੀਨਸ ਏ ਡਿਫੀਕਲਟ ਸਿਚੁਏਸ਼ਨ। ਜੋ ਇਨਫਲੇਸ਼ਨ ਦੀ ਜੋ ਸਿਚੁਏਸ਼ਨ ਹੈ ਕੰਟਰੀ ਦੇ ਵਿੱਚ, ਉਹ ਕਾਫੀ ਅਲਾਰਮਿੰਗ ਹੋ ਚੁੱਕੀ ਹੈ। ਅੱਗੇ ਹੈਡਲਾਈਨ ਦੇ ਵਿੱਚ ਲਿਖਦੇ ਆ, ਹਾਈ ਪ੍ਰਾਈਸਿਸ ਰਾਈਜ਼ਿਸ ਟ੍ਰੈਂਡ ਕੁਡ ਕੰਟੀਨਿਊ ਇਨ 2022 ਕੰਪਾਊਂਡਿੰਗ ਦੀ ਚੈਲੰਜਸ ਫॉर ਪੋਲਿਸੀ ਮੇਕਰਸ। ਦੇਖੋ, ਇਸ ਹੈਡਲਾਈਨ ਦਾ ਮੀਨਿੰਗ ਹੈ ਕਿ ਜੋ ਪੋਲਿਸੀ ਮੇਕਰ ਨੇ, ਜੋ ਬਜਟ ਤਿਆਰ ਕਰ ਰਹੇ ਹੈ, 2022 ਮਾਰਚ ਦੇ ਵਿੱਚ ਆਉਣਾ ਹੈ ਬਜਟ। ਗਵਰਨਮੈਂਟ ਆਫ ਇੰਡੀਆ ਪ੍ਰੈਜ਼ੈਂਟ ਕਰਦੀ ਹੈ ਟੂ ਵੇਰੀਅਸ ਮਿਨਿਸਟਰੀਜ਼ ਆਫ ਇੰਡੀਆ। ਇਸ ਮਿਨਿਸਟਰੀ ਨੂੰ ਇੰਨਾ ਬਜਟ ਤੇ ਐਲੋਕੇਟ ਹੋਏਗਾ, ਜੋ ਵੀ ਉਹ ਪੋਲਿਸੀ ਬਜਟ ਮੈਨੂਅਲ ਤਿਆਰ ਹੁੰਦਾ ਹੈ। ਤਾਂ ਉਹਨਾਂ ਲਈ ਜੋ ਇਨਫਲੇਸ਼ਨ ਦੀ ਜੋ ਦਰ ਹੈ ਉਹ ਘੱਟ ਦੀ ਨਜ਼ਰ ਨਹੀਂ ਆ ਰਹੀ। ਇਸ ਕਰਕੇ ਉਹਨਾਂ ਨੂੰ ਜੋ ਆਪਣਾ ਬਜਟ ਹੈ ਉਹ ਤਿਆਰ ਕਰਨ ਦੇ ਵਿੱਚ ਕਾਫੀ ਅਲਾਰਮਿੰਗ ਸਿਚੁਏਸ਼ਨ ਹੈ। ਕਾਫੀ ਚੀਜ਼ਾਂ ਧਿਆਨ 'ਚ ਰੱਖ ਕੇ ਜੋ ਵੀ ਕੁਛ ਉਹਨਾਂ ਨੂੰ ਤਿਆਰ ਕਰਨਾ ਪੈਣਾ। ਸੋ ਲੈਟ ਅਸ ਸਟਾਰਟ ਦਾ ਹਿੰਦੂ ਕੁਛ ਜੋ ਵਕੈਬ ਵਰਡ ਆਪਾਂ ਇਸ ਆਰਟੀਕਲ 'ਚੋਂ ਚੂਜ਼ ਕੀਤੇ ਨੇ। ਦੇਖੋ, ਸਭ ਤੋਂ ਪਹਿਲਾਂ ਥੋੜ੍ਹਾ ਆਪਾਂ ਇਸ ਦਾ ਰੀਡ ਆਊਟ ਕਰਦੇ ਹਾਂ। while North Bloc Mandarin seek to conserve up policy levers in the upcoming budget to spur India's fragmented economic recovery, along the latest official data suggests industrial output is stirring, with the marginal growth of 1.4 in November। ਦਸੰਬਰ ਨਵੰਬਰ 2021 ਦੇ ਵਿੱਚ ਜੋ ਗਰੋਥ ਰੇਟ ਦੇਖਿਆ ਗਿਆ ਉਹ ਮਾਰਜਨਲੀ ਗਰੋਥ ਰੇਟ ਰਿਹਾ 1.4, ਜੋ ਇੰਡਸਟਰੀਅਲ ਗਰੋਥ ਸ਼ੋ ਅਪ ਕੀਤਾ ਗਿਆ ਹੈ। ਸਭ ਤੋਂ ਪਹਿਲਾਂ ਦੇਖੋ ਜੋ ਵਰਡ ਹੈ ਫਸਟ ਲਾਈਨ ਦੇ ਵਿੱਚ ਮੈਂਡੇਰੀਅਨ। ਮੈਂਡੇਰੀਅਨ ਦਾ ਮਤਲਬ ਹੈ ਜੋ ਹਾਈ ਓਫੀਸ਼ੀਅਲ, ਜੋ ਕਿਸੇ ਮਿਨਿਸਟਰੀ ਜਾਂ ਕਿਸੇ ਪਬਲਿਕ ਜੋ ਫਾਈਨਾਂਸ ਮਿਨਿਸਟਰੀ ਦੇ ਵਿੱਚ ਜਿਨ੍ਹਾਂ ਨੇ ਬਜਟ ਤਿਆਰ ਕਰਨਾ ਹੈ, ਜੋ ਹਾਈ ਪੋਸਟ ਦੇ ਵਿੱਚ ਅਧਿਕਾਰੀ ਬੈਠੇ ਨੇ, ਉਹਨਾਂ ਨੂੰ ਮੈਂਡੇਰੀਅਨ ਦਾ ਵਰਡ ਯੂਜ਼ ਕੀਤਾ ਗਿਆ ਹੈ। ਕੰਜ਼ਰਵ ਅਪ ਦਾ ਮੀਨਿੰਗ ਇੱਥੇ ਹੈ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਕੁਛ ਇੱਦਾਂ ਦੇ ਆਈਡੀਆਜ਼ ਡਿਵੈਲਪ ਕਰਨ ਦੀ ਉਹ ਕੋਸ਼ਿਸ਼ ਕਰ ਰਹੇ ਨੇ, ਜੋ ਉਹਨਾਂ ਦੀ ਆਪਣੀ ਜਿਹੜੀ ਬਿਖਰੀ ਹੋਈ ਇਕੋਨਮੀ ਆਫ ਇੰਡੀਆ ਨੂੰ, ਜੋ ਇਨਫਲੇਸ਼ਨ ਨੇ, ਕਿਉਂਕਿ ਜੋ ਸਟਾਰਟਅਪ ਸ਼ੁਰੂ ਹੋ ਰਹੇ ਨੇ ਜਾਂ ਛੋਟੇ ਛੋਟੇ ਬਿਜ਼ਨਸ ਨੇ, ਉਹ ਇਨਫਲੇਸ਼ਨ ਦੀ ਮਾਰ ਚੱਲ ਰਹੇ ਨੇ। ਦੂਸਰਾ ਕਰੋਨਾ ਦੀ ਜੋ ਉਸਨੂੰ ਕਾਫੀ ਉਸਦਾ ਪ੍ਰੈਸ਼ਰ ਰਿਹਾ ਹੈ ਇੰਡਸਟਰੀ 'ਤੇ, ਤਾਂ ਉਸ ਨੂੰ ਸਾਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਜੋ ਮੈਂਡੇਰੀਅਨਸ ਨੇ, ਮੀਨ ਟੂ ਸੇ ਜੋ ਹਾਈ ਲੈਵਲ ਪੋਸਟ 'ਤੇ ਜੋ ਬਿਊਰੋਕਰੈਟਸ ਬੈਠੇ ਨੇ, ਉਹਨਾਂ ਨੂੰ ਜੋ ਬਜਟ ਹੈ ਉਹ ਤਿਆਰ ਕਰਨ ਦੇ ਵਿੱਚ ਇਹ ਸਾਰੇ ਆਈਡੀਆਜ਼ ਧਿਆਨ 'ਚ ਰੱਖਣੇ ਪੈਣੇ ਨੇ। ਇਹਨਾਂ ਨੇ ਕੁਛ ਡੇਟਾ ਜੋ ਹੈ ਐਕਸਪਲੇਨ ਕੀਤਾ ਗਿਆ, ਜੋ ਪਿਛਲੇ 5 to 6 ਮੰਥਸ ਦਾ ਡੇਟਾ ਹੈ ਕਿ ਇੰਨੀ ਜ਼ਿਆਦਾ ਇਨਫਲੇਸ਼ਨ ਰੇਟ ਰਿਹਾ ਹੈ। ਅਰਬਨ ਏਰੀਆ ਦੇ ਵਿੱਚ ਕਾਫੀ ਜ਼ਿਆਦਾ ਰੇਟ ਰਿਹਾ ਇਨਫਲੇਸ਼ਨ ਦਾ। 5.8 ਕੁਛ ਸਟੇਟਸ ਆਫ ਜਿਹੜੇ ਇੰਡੀਆ ਦੇ ਉਹਨਾਂ ਦੇ ਵਿੱਚ 5.8 4.8 ਸਮਥਿੰਗ ਇਹਦੇ ਵਿੱਚ ਰਿਹਾ। ਬਟ ਕੁਛ ਸਟੇਟਸ ਨੇ ਤਾਂ 6 ਕ੍ਰੋਸ ਵੀ ਕੀਤਾ। ਫਾਰ ਐਗਜ਼ਾਮਪਲ ਹਰਿਆਣਾ ਐਂਡ ਤਾਮਿਲਨਾਡੂ ਹੈ ਜਿਹੜੇ ਉਹ 6.6 ਜਿਹੜੀ ਜੋ ਟੋਲਰੈਂਸ ਥ੍ਰੈਸ਼ਹੋਲਡ ਨੂੰ ਵੀ ਇਨਕਰੀਜ਼ ਕਰ ਗਏ। ਮੀਨਸ ਟੂ ਸੇ ਇਹ ਕਾਫੀ ਅਲਾਰਮਿੰਗ ਸਿਚੁਏਸ਼ਨ ਹੈ। ਜੇ ਦੇਖਿਆ ਜਾਏ CPI ਮੀਨਸ ਕੰਜ਼ਿਊਮਰ ਪ੍ਰਾਈਸ ਇੰਡੈਕਸ ਨੂੰ ਥੋੜ੍ਹਾ ਕੂਲ ਡਾਊਨ ਕੀਤਾ ਹੈ ਗਵਰਨਮੈਂਟ ਆਫ ਇੰਡੀਆ ਵੱਲੋਂ, ਕੁਛ ਟੈਕਸਿਸ ਨੂੰ ਲੈਵੀਏਸ਼ਨ ਕਰਕੇ, ਮੀਨਸ ਉਹਨਾਂ ਦੀ ਲੈਵੀਏਸ਼ਨ ਘੱਟ ਕੀਤੀ ਹੈ GST ਵਗੈਰਾ ਦਾ, ਕਿ ਕੰਜ਼ਿਊਮਰ ਨੂੰ ਥੋੜ੍ਹਾ ਜਿਹਾ ਰਿਲੀਫ ਮਿਲੇ। ਅਤੇ ਬਟ ਜਿਹੜਾ ਹੋਲ ਪ੍ਰਾਈਸ ਇੰਡੈਕਸ ਹੈ ਅਜੇ ਵੀ ਉਸਦੀ ਇਨਫਲੇਸ਼ਨ ਕਾਫੀ ਜ਼ਿਆਦਾ। ਜਦ ਦੇਖਿਆ ਜਾਵੇ ਤਾਂ ਕੰਜ਼ਿਊਮਰ ਪ੍ਰਾਈਸ ਇੰਡੈਕਸ ਅਤੇ ਹੋਲਸੇਲ ਪ੍ਰਾਈਸ ਇੰਡੈਕਸ ਦੇ ਵਿੱਚ ਕਾਫੀ ਡਿਫਰੈਂਸ ਰਿਹਾ। ਓਕੇ, ਐਂਡ ਦਿਸ ਗੈਪ ਇਜ਼ ਨਾਟ ਐਕਸੈਪਟੇਬਲ ਬਾਏ ਜੋ ਇਕਨੋਮੀ ਦੇ ਜੋ ਸਪੈਸ਼ਲਿਸਟ ਨੇ ਉਹਨਾਂ ਵੱਲੋਂ ਕਿਹਾ ਗਿਆ ਗੈਪ ਕਾਫੀ ਜ਼ਿਆਦਾ ਹੈ, ਇਹ ਇੰਨਾ ਨਹੀਂ ਹੋਣਾ ਚਾਹੀਦਾ, ਦੈਟ ਇਜ਼ ਨਾਟ ਐਕਸੈਪਟੇਬਲ। ਐਂਡ ਜੋ ਇਹਨਾਂ ਨੇ ਅੱਗੇ ਆਰਟੀਕਲ ਦੇ ਵਿੱਚ ਲਿਖੇ ਜੋ ਵੀਵਰੇਜਸ ਨੇ, ਜੋ ਐਸੈਂਸ਼ੀਅਲ ਪ੍ਰੋਡਕਟਸ ਨੇ ਜੋ ਡੇਲੀ ਲਾਈਫ ਦੇ ਵਿੱਚ ਯੂਜ਼ ਹੋ ਰਹੇ ਨੇ, ਫੋਰ ਐਗਜ਼ਾਮਪਲ ਫੂਡ ਹੋ ਗਏ। ਵੀਵਰੇਜਸ ਵਰਡ ਹੈ ਜੋ ਡਰਿੰਕਸ ਲਈ ਯੂਜ਼ ਕੀਤਾ ਜਾਂਦਾ, ਜੂਸਿਸ ਹੋ ਗਿਆ ਜਾਂ ਕੌਫੀ ਜਾਂ ਸਮਥਿੰਗ ਦੈਟ ਵੀ ਕੈਨ ਡਰਿੰਕ ਫਾਰ ਆਰ ਡੇਲੀ ਲਿਵਿੰਗ ਦੇ ਲਈ ਜੋ ਯੂਜ਼ ਕਰਦੇ ਹਾਂ, ਉਹਨਾਂ 'ਤੇ ਵੀ ਜੋ ਇਨਫਲੇਸ਼ਨ ਹੈ, ਜੋ ਐਸੈਂਸ਼ੀਅਲ ਆਪਣੇ ਫੂਡ
ਵਸਤੂਆਂ ਨੇ ਉਹਨਾਂ 'ਤੇ ਕਾਫੀ ਜ਼ਿਆਦਾ ਇਨਫਲੇਸ਼ਨ ਦਾ ਅਸਰ ਦੇਖਣ ਨੂੰ ਮਿਲ ਰਿਹਾ। ਪਿਛਲੇ ਨਵੰਬਰ ਦਸੰਬਰ ਦੇ ਵਿੱਚ ਆਨਰੇਬਲ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੇ ਡਿਕਲੇਅਰ ਕੀਤਾ ਸੀ ਕਿ ਜੋ ਫੁੱਟਵੇਅਰ ਐਂਡ ਟੈਕਸਟਾਈਲ ਇੰਡਸਟਰੀ ਦੇ ਜੋ GST ਉਹ ਵਧਾਵਾਂਗੇ, ਬਟ ਇਸ ਇਨਫਲੇਸ਼ਨ ਨੂੰ ਦੇਖਦੇ ਹੋਏ ਉਹਨਾਂ ਨੇ ਅਜੇ ਇਸ GST ਨੂੰ ਮਤਲਬ ਪੋਸਟਪੋਨ ਕੀਤਾ ਗਿਆ। ਡੈਫਰਲ ਮੀਨ ਟੂ ਸੇ ਥੋੜ੍ਹਾ ਪੋਸਟਪੋਨ ਕਰਨਾ ਕਿਸੇ ਚੀਜ਼ ਨੂੰ, ਉਸ ਤੋਂ ਥੋੜ੍ਹੀ ਰਿਲੀਫ ਮਿਲੀ ਹੈ ਇਸ ਇਨਫਲੇਸ਼ਨ ਦੀ ਜੋ ਚੀਜ਼ ਹੈ, ਬਟ ਇਸ ਲੌਂਗ ਟਰਮ ਦੇ ਵਿੱਚ ਇਹ ਸਸਟੇਨੇਬਲ ਨਹੀਂ ਹੈ, ਕਿਉਂਕਿ ਜੋ ਆਲ ਓਵਰ ਵਰਲਡ ਦੇ ਵਿੱਚ ਇਨਫਲੇਸ਼ਨ ਦਾ ਰੇਟ ਹੈ ਜੋ ਕਾਫੀ ਜ਼ਿਆਦਾ ਇਨਕਰੀਜ਼ ਹੋ ਰਿਹਾ ਡੇ ਬਾਏ ਡੇ। ਸੋ ਅੱਗੇ ਦੇਖਦੇ ਹਾਂ, ਜੋ ਇਹ ਆਰਟੀਕਲ ਦੇ ਵਿੱਚ ਇਹੀ ਲਿਖਿਆ ਜਾ ਰਿਹਾ, ਜੋ ਜੇ ਗੈਪ ਹੈ ਜੋ ਹੂਲ ਪ੍ਰਾਈਸ ਇੰਡੈਕਸ ਐਂਡ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇ ਜੋ ਮਤਲਬ ਜੋ ਗੈਪ ਹੈ 8% ਦੇ ਵਿੱਚ ਹੈ, ਉਹ ਕਾਫੀ ਜ਼ਿਆਦਾ ਮੀਨ ਟੂ ਸੇ ਨਾਟ ਐਕਸੈਪਟੇਬਲ ਹੈ। ਐਂਡ ਨੈਕਸਟ ਆਪਾਂ ਜੇ ਦੇਖੀਏ ਤਾਂ ਜੋ ਇਨਫਲੇਸ਼ਨ ਨੂੰ ਤੇ ਜੋ ਵੀ ਇਸ ਦੇ ਕਾਫੀ ਰੀਜ਼ਨਸ ਨੇ। ਸਭ ਤੋਂ ਵੱਡਾ ਰੀਜ਼ਨ ਹੈ ਕਿ ਜੋ ਡੈਪਰੀਸ਼ੀਏਸ਼ਨ ਆਫ ਵੈਲਿਊ ਹੈ ਰੂਪੀ ਦੀ, ਉਹ ਤੇ ਹੈ ਹੀ ਆਲ ਓਵਰ ਕੰਟਰੀ, ਸਾਰੇ ਵਰਲਡ ਦੇ ਵਿੱਚ ਹੀ ਕੰਟਰੀ ਆਪਣੇ ਜੋ ਵੈਲਿਊ ਹੈ ਜਿਹੜੀ ਪ੍ਰਾਈਸ ਹੈ ਉਹਨਾਂ ਦੀ ਜੋ ਵੀ ਕਰੰਸੀ ਹੈ ਉਸਦੀ ਘਟ ਰਹੀ ਹੈ, ਔਰ ਪਰਚੇਜ਼ਿੰਗ ਪਾਵਰ ਹੈ ਜਿਹੜੀ ਵੀ ਉਹਨਾਂ ਦੀ ਕਰੰਸੀ ਦੀ ਉਹ ਘੱਟ ਹੋ ਰਹੀ ਹੈ। ਬਟ ਇਸ ਨੂੰ ਥੋੜ੍ਹਾ ਜਿਹਾ ਸਟੇਬਲ ਰੱਖਣਾ ਬਹੁਤ ਜ਼ਰੂਰੀ ਹੈ ਗਵਰਨਮੈਂਟ ਆਫ ਇੰਡੀਆ ਵੱਲੋਂ। ਜੋ ਬਜਟ ਤਿਆਰ ਹੋਣਾ ਇਸ ਨੂੰ ਸਾਰੇ ਨੂੰ ਧਿਆਨ ਦੇ ਵਿੱਚ ਰੱਖਦੇ ਤਿਆਰ ਹੋਣਾ। ਤੋ ਆਪਾਂ ਜਿਹੜੇ ਇਸ ਦੇ ਵਿੱਚ ਵਰਡ ਆਏ ਨੇ ਲੈਟਸ ਸੀ ਦੀਜ਼ ਵਰਡਸ। ਸਭ ਤੋਂ ਪਹਿਲਾ ਵਰਡ ਸੀ ਮੈਂਡੇਰੀਅਨ ਇੱਥੇ ਵਰਡ ਯੂਜ਼ ਹੋਇਆ ਨਾਊਨ ਦੇ ਤੌਰ 'ਤੇ। ਐਨੀ ਹਾਈ ਗਵਰਨਮੈਂਟ ਆਫੀਸ਼ੀਅਲ ਔਰ ਬਿਊਰੋਕਰੈਟ, ਜਿੱਦਾਂ ਆਪਾਂ ਗੱਲ ਕੀਤੀ ਜਿਹੜੇ ਫਾਈਨਾਂਸ ਮਿਨਿਸਟਰੀ ਜੋ ਬਜਟ ਦੇ ਵਿੱਚ ਜੋ ਅਧਿਕਾਰੀ ਨੇ ਉਹ ਜਿਹੜੇ ਤਿਆਰ ਕਰਨਗੇ ਉਹਨਾਂ ਨੂੰ ਹਾਈ ਅਫੀਸ਼ੀਅਲ ਗਵਰਨਮੈਂਟ ਅਫੀਸ਼ੀਅਲਸ ਨੂੰ ਮੈਂਡੇਰੀਅਨ ਦਾ ਨਾਮ ਦਿੱਤਾ ਗਿਆ। ਟੂ ਸਪਰ ਦਾ ਮੀਨਿੰਗ ਹੈ ਕਿ ਉਹਨਾਂ ਨੇ ਉਹ ਕਿਹਾ ਜਿਹੜੀ ਜੋ ਨਵੇਂ ਆਈਡੀਆ ਲੈ ਕੇ ਆਉਂਦੇ ਆ ਤਾਂ ਇਸ ਇਨਫਲੇਸ਼ਨ ਨੂੰ ਕੰਟਰੋਲ ਕਰਕੇ ਜਿਹੜੀ ਇਕਨੋਮੀ ਹੈ ਇੰਡੀਆ ਨੂੰ ਉਹ ਥੋੜ੍ਹਾ ਸਪਰ ਕਰ ਸਕਦੇ, ਮੀਨਸ ਟੂ ਥੋੜ੍ਹਾ ਉਹਨਾਂ ਨੂੰ ਉਤਸ਼ਾਹਿਤ ਕਰ ਸਕਦੇ ਇੰਡਸਟਰੀ ਨੂੰ, ਛੋਟੇ ਛੋਟੇ ਸਟਾਰਟਅਪਸ ਨੂੰ। ਬਟ ਇਨਫਲੇਸ਼ਨ ਨੂੰ ਕੰਟਰੋਲ ਕਰਨਾ ਇਜ਼ ਵੈਰੀ ਨੈਸੈਸਰੀ। ਕੰਜ਼ਰਵ ਅਪ ਦਾ ਮੀਨਿੰਗ ਹੈ ਟੂ ਬਰਿੰਗ ਏ ਥੋਟ, ਜੋ ਕੁਛ ਨਵੇਂ ਆਈਡੀਆਜ਼ ਦਿਮਾਗ ਦੇ ਵਿੱਚ ਲੈ ਕੇ ਕੁਛ ਪੋਲਿਸੀ ਨੂੰ ਮੇਕ ਕਰਨਾ, ਉਸ ਨੂੰ ਆਪਾਂ ਇਹ ਵਰਬ ਯੂਜ਼ ਕੀਤਾ ਗਿਆ। ਫੋਰਥ ਵਨ ਹੈ ਪੁਸ਼ਡ ਅਪ ਹੈ ਕਿਸੇ ਚੀਜ਼ ਨੂੰ ਇਨਕਰੀਜ਼ ਕਰਨਾ, ਉਸਦੀ ਇੰਟੈਂਸਿਟੀ ਨੂੰ ਵਧਾਉਣਾ। ਰੀਨ ਇਨ ਮੀਨਸ ਟੂ, ਜਿਸ ਤਰ੍ਹਾਂ ਆਪਾਂ ਗੱਲ ਕੀਤੀ ਕਿ GST ਕੁਛ ਟਾਈਮ ਲਈ ਜਿੱਦਾਂ ਟੈਕਸਟਾਈਲ ਜਾਂ ਫੁੱਟਵੇਅਰ ਦੇ ਪ੍ਰਾਈਸ GST ਨੂੰ ਅਜੇ ਥੋੜ੍ਹਾ ਲਾਗੂ ਨਹੀਂ ਕੀਤਾ ਕਿਉਂਕਿ ਉਹਨਾਂ ਦੀ GST ਵੈਲਿਊ ਵਧਣੀ ਸੀ, ਤਾਂ ਇਟ ਮੀਨਸ ਥੋੜ੍ਹਾ ਰਿਲੀਫ ਮਿਲੀ ਹੈ ਦੋਨਾਂ ਇੰਡਸਟਰੀਜ਼ ਨੂੰ ਟੂ ਸਟੋਪ ਸਮਥਿੰਗ ਫਰੋਮ ਇਨਕਰੀਜ਼ਿੰਗ, ਥੋੜ੍ਹੀ ਰਿਲੀਫ ਮਿਲੀ ਹੈ। ਐਂਡ ਨੈਕਸਟ ਵਰਡ ਹੈ ਇੰਪਲਸਿਸ ਮੀਨਸ ਕੋਈ ਚੀਜ਼ ਹੈ ਜਿਹੜੀ ਮਤਲਬ ਬਹੁਤ ਤੇਜ਼ੀ ਦੇ ਨਾਲ ਜਿਹੜੀ ਕੋਈ ਇਵੈਂਟ ਹੈ ਜਿਹੜਾ ਆਪਣਾ ਵਾਪਰਦਾ ਉਸਨੂੰ ਆਪਾਂ ਕਹਿੰਦੇ ਹਾਂ ਇੰਪਲਸਿਸ। ਵੈਨਿੰਗ ਕੀ ਹੈ ਕਿਸੇ ਚੀਜ਼ ਦੀ ਡਿਕਰੀਜ਼ਿੰਗ ਦਾ ਸਟਰੈਂਥ। ਫੋਰ ਐਗਜ਼ਾਮਪਲ ਜੋ ਰੁਪਏ ਦੀ ਵੈਲਿਊ ਹੈ ਉਸਦੀ ਜੋ ਸਟਰੈਂਥ ਆ ਉਹ ਦਿਨ ਬ ਦਿਨ ਘਟਦੀ ਜਾ ਰਹੀ ਹੈ, ਇਸ ਨੂੰ ਇਹ ਵਰਡ ਦਿੱਤਾ ਗਿਆ ਵੈਨਿੰਗ। ਡੈਫਰਲ ਜਿੱਦਾਂ ਆਪਾਂ ਪਹਿਲਾਂ ਕੀਤਾ ਸੀਗਾ ਕਿ GST ਦੇ ਜੋ ਨਵੇਂ ਜੋ ਆਪਣੇ ਪਰਸੈਂਟਲ ਆਈ ਲਾਣੀ ਸੀਗੀ ਇਸ 'ਤੇ ਫੁੱਟਵੇਅਰ ਐਂਡ ਟੈਕਸਟਾਈਲ 'ਤੇ, ਉਹਨੂੰ ਕੁਛ ਟਾਈਮ ਦੇ ਲਈ ਪੋਸਟਪੋਨ ਕੀਤਾ ਹੈ ਕਿ ਡੈਫਰਲ ਇੱਥੇ ਨਾਊਨ ਦੇ ਵਰਡ 'ਤੇ ਯੂਜ਼ ਕੀਤਾ ਗਿਆ, ਅਗਲੇਰੇ ਹੁਕਮਾਂ ਤੱਕ ਕਿਸੇ ਘਟਨਾਕ੍ਰਮ ਨੂੰ ਅੱਗੇ ਪਾ ਦੇਣਾ। ਹੁਣ ਦੇਖਿਆ ਜਾਵੇ ਤਾਂ ਇਨਫਲੇਸ਼ਨ ਆਲ ਓਵਰ ਕੰਟਰੀਜ਼ ਦੀ ਪ੍ਰੋਬਲਮ ਹੈ। ਇਸ ਨੂੰ ਦੇਖਿਆ ਜਾਵੇ ਤਾਂ 6% ਦੇ ਬੇਸਿਸ 'ਤੇ ਇਨਫਲੇਸ਼ਨ ਹਰ ਕੰਟਰੀ ਨੂੰ ਇਸ ਦਾ ਸਾਹਮਣਾ ਕਰਨਾ ਪੈ ਰਿਹਾ। ਅਤੇ ਆਪਣੀ ਜੋ ਆਪਾਂ ਦੇਖੀਏ ਆਪਣਾ ਫਾਈਨਾਂਸ ਆਪਾਂ ਮੈਨੇਜ ਕਰਦੇ ਹਾਂ ਇੱਕ ਆਮ ਸਿਟੀਜ਼ਨ ਦੇ ਤੌਰ 'ਤੇ, ਜੇ ਆਪਾਂ ਬੈਂਕ ਦੇ ਵਿੱਚ ਵੀ ਰੱਖਦੇ ਹਾਂ ਤਾਂ ਇੱਕ ਇਹ ਹੈ ਕਿ ਜੇ ਆਪਾਂ ਨੂੰ FD ਜਾਂ ਫਿਕਸਡ ਡਿਪੋਜ਼ਿਟ ਜਾਂ RD ਦੇ ਵਿੱਚ ਵੀ ਪਾਉਂਦੇ ਹਾਂ ਤਾਂ ਆਈ ਥਿੰਕ ਇੰਟਰਸਟ ਰੇਟ 4 ਅਰਾਊਂਡ 4.3 ਅਰਾਊਂਡ ਹੈ। ਬਟ ਜੇ ਦੇਖਿਆ ਜਾਏ ਤਾਂ ਇਨਫਲੇਸ਼ਨ ਰੇਟ 6% ਦੇ ਨਜ਼ਦੀਕ ਹੈ, ਤਾਂ ਦੇਖਿਆ ਜਾਵੇ ਤਾਂ FD ਹੈ ਜਿਹੜਾ ਆਪਣਾ ਪੈਸਾ ਵਧਣ ਦੀ ਜਗ੍ਹਾ 'ਤੇ 2% ਘੱਟ ਰਿਹਾ। ਤਾਂ ਮਤਲਬ ਜੋ ਆਪਣੀ ਹਾਲਤ ਹੈ ਇਸ ਟਾਈਮ ਜੋ ਰੁਪਏ ਦੀ ਵੈਲਿਊ ਆ ਕਾਫੀ ਘੱਟ ਰਹੀ ਹੈ, ਤਾਂ ਵੀ ਗਵਰਨਮੈਂਟ ਆਫ ਇੰਡੀਆ ਨੂੰ ਇਸ RBI ਪੋਲਿਸੀ ਇੱਦਾਂ ਦੀ